ਹੈਲੋ ਗੁੱਡ ਮਾਰਨਿੰਗ ਬੇਟਾ ਸਾਰਿਆਂ ਨੂੰ। ਨੈਕਸਟ ਕੁਐਸਚਨ ਆਪਣਾ ਹੈਗਾ ਬੇਟਾ ਆਪਾਂ 7 ਦਾ ਸੈਕੰਡ ਪਾਰਟ। ਇਹਦੇ ਵਿੱਚ ਆਪਾਂ ਸੋਲਵ ਕਰਨਾ ਵਾ ਇੰਟੀਗਰਲ 0 to ਇਨਫਿਨਿਟੀ 3⁻⁻⁴ dx। ਆਪਾਂ ਇਹਨੂੰ ਕਨਵਰਟ ਕਰਨਾ ਚਾਹੁੰਦੇ ਹਾਂ ਗਾਮਾ ਫੰਕਸ਼ਨ ਦੀ ਫਾਰਮ 'ਚ। ਹੁਣ ਇਹਨੂੰ ਗਾਮਾ ਫੰਕਸ਼ਨ ਦੀ ਫਾਰਮ 'ਚ ਆਪਾਂ ਕਨਵਰਟ ਕਰਨ ਵਾਸਤੇ ਜਿਹੜੀ ਪ੍ਰੋਪਰਟੀ ਯੂਜ਼ ਕੀਤੀ ਆ ਪਹਿਲਾਂ ਮੈਂ ਉਹ ਸਮਝਾ ਲਾ ਤੁਹਾਨੂੰ। ਓਕੇ, ਧਿਆਨ ਦਿਓ ਇਸ ਕਰਕੇ। ਆਪਣੇ ਕੋਲ ਬੇਟਾ ਹੈਗਾ ਵਾ 3⁻⁴ -4x²। ਠੀਕ ਹੈ, ਇਹਨੂੰ ਸੋਲਵ ਕਰਨ ਵਾਸਤੇ ਬੇਟਾ ਆਪਾਂ ਲੌਗ ਨੂੰ ਇੰਟਰੋਡਿਊਸ ਕੀਤਾ। ਲੌਗ ਨੂੰ ਇੰਟਰੋਡਿਊਸ ਕਿਵੇਂ ਕੀਤਾ ਆਪਾਂ ਲਿਖਤਾ e⁻log। ਮੈਂ ਲਿਖਣ ਦੀ ਕੋਸ਼ਿਸ਼ ਕਰ ਰਿਹਾ ਇੱਥੇ e⁻log। ਈ ਅਤੇ ਲੌਗ ਇੱਕ ਦੂਸਰੇ ਨਾਲ ਕੈਂਸਲ ਹੋ ਜਾਂਦੇ ਆ ਅਤੇ ਆਹ ਜੋ ਹੈਗਾ ਇਹਨੂੰ ਐਜ਼ ਇਟ ਇਜ਼ ਆਪਾਂ ਲਿਖਤਾ 3 ਅਤੇ ਪਾਵਰ 'ਚ ਕੀ ਆ, ਪਾਵਰ 'ਚ ਹੈਗਾ ਵਾ -4x²। ਠੀਕ ਹੈ, ਈ ਅਤੇ ਲੌਗ ਇੱਕ ਦੂਸਰੇ ਨਾਲ ਕੈਂਸਲ ਹੋ ਜਾਂਦੇ ਆ। ਹੁਣ ਨੈਕਸਟ ਹੋਣਾ ਕੀ ਆ, ਨੈਕਸਟ ਈ ਰਹਿ ਗਿਆ ਐਜ਼ ਇਟ ਇਜ਼, -4x² ਅੱਗੇ ਆ ਗਿਆ, -4x² ਅੱਗੇ ਆ ਗਿਆ ਅਤੇ log of 3 ਐਜ਼ ਇਟ ਇਜ਼ ਰਹਿ ਗਿਆ। ਠੀਕ, ਇਹਦਾ ਮਤਲਬ ਕਿ ਆਪਾਂ ਇਹਨੂੰ ਕਨਵਰਟ ਕਰਤਾ ਇਸ ਚੀਜ਼ ਨੂੰ ਇਹਦੇ ਵਿੱਚ। ਠੀਕ, ਇਹ ਤੁਸੀਂ ਧਿਆਨ ਰੱਖਣਾ ਹੁਣ ਸਾਰਿਆਂ ਨੇ ਕਿ ਆਪਾਂ ਇਹਨੂੰ ਇਸ ਫਾਰਮ 'ਚ ਕਨਵਰਟ ਕਿਵੇਂ ਕਰਨਾ। ਓਕੇ, ਕਲੀਅਰ ਬੇਟਾ ਇੱਥੋਂ ਤੱਕ? ਜਦੋਂ ਬੇਟਾ ਆਪਾਂ ਸੇਮ ਮੈਥਡ ਲਗਾਵਾਂਗੇ ਆਪਾਂ ਇੱਥੋਂ ਤੱਕ ਆ ਗਏ, ਚੰਗਾ ਇਸ ਪੁਆਇੰਟ ਤੱਕ ਆਪਾਂ ਪਹੁੰਚ ਗਏ। ਓਕੇ, ਹੁਣ ਇਹਦੇ ਵਿੱਚ ਆਪਾਂ 4x² ਨੂੰ 4x² log 3 ਨੂੰ ਪੁੱਟ ਕਰਤਾ t, ਡਿਫਰੈਂਸ਼ੀਏਟ ਕੀਤਾ, ਆਹ ਚੀਜ਼ ਆ ਗਈ। ਅਤੇ ਇੱਕ ਸਾਈਡ 'ਤੇ ਆਪਾਂ x ਦੀ ਵੈਲਿਊ ਫਾਈਂਡ ਕਰ ਲਈਏ, x ਦੀ ਵੈਲਿਊ ਹੈ ਕਿੰਨੀ ਕੁ, ਅਤੇ ਇਹ ਵਾਲੀ ਵੈਲਿਊ ਆਪਾਂ ਇੱਥੇ ਪੁੱਟ ਕਰਤੀ ਕਿਉਂਕਿ ਇਹਦੇ ਵਿੱਚ x ਆ ਰਿਹਾ ਨਾ, ਐਸ x ਦੀ ਜਗ੍ਹਾ 'ਤੇ ਸਾਰੀ ਸਬਸਟੀਟਿਊਸ਼ਨ ਕਰਕੇ ਮੇਰੇ ਕੋਲ ਫਾਈਨਲ ਜਿਹੜਾ dx ਹੈਗਾ ਵਾ, ਮੇਰੇ ਕੋਲ dx ਆ ਬਣ ਗਿਆ। ਓਕੇ, ਇਨੀਸ਼ੀਅਲੀ ਮੇਰਾ ਇੰਟੀਗਰਲ ਹੈਗਾ ਸੀ ਇਨ ਟਰਮਸ ਆਫ x, ਆਹ ਵਾਲੀ ਸਬਸਟੀਟਿਊਸ਼ਨ ਕਰਕੇ ਜਿਹੜਾ ਇੰਟੀਗਰਲ ਹੈ ਮੇਰਾ ਉਹ ਬਣ ਗਿਆ ਇਨ ਟਰਮਸ ਆਫ t। 4√log 3 ਇਹ ਕੌਂਸਟੈਂਟ ਹੈਗਾ, ਇਹਨੂੰ ਆਪਾਂ ਬਾਹਰ ਕੱਢ ਲਿਆ, ਇੰਟੀਗਰਲ ਸਾਈਨ ਤੋਂ ਅੰਦਰ ਆ ਰਹਿ ਗਿਆ। ਹੁਣ ਜੇ ਤੁਸੀਂ ਇਹਦੇ ਵੱਲ ਧਿਆਨ ਨਾਲ ਵੇਖੋ ਤਾਂ ਇਹ ਹੈਗਾ ਵਾ ਗਾਮਾ ਫੰਕਸ਼ਨ ਦੀ ਫਾਰਮ 'ਚ, ਗਾਮਾ ਇੰਟੀਗਰਲ ਦੀ ਫਾਰਮ 'ਚ ਹੈਗਾ ਵਾ ਇਹ e⁻−t। ਇੱਕ ਕਿਹੜੀ ਚੀਜ਼ ਦਾ ਗਾਮਾ ਵਾ, ਜੋ ਵੀ ਟੀ ਦੀ ਪਾਵਰ ਉਹਦੇ ਵਿੱਚ ਆਪਾਂ +1 ਕਰਤਾ। ਜਦੋਂ ਟੀ ਦੀ ਪਾਵਰ 'ਚ ਆਪਾਂ +1 ਕਰ ਦਾਂਗੇ ਤਾਂ ਆਪਣੇ ਕੋਲ ਆਹ ਚੀਜ਼ ਬਣ ਗਈ ਪਲੱਸ ਗਾਮਾ 1/2। ਅਤੇ ਗਾਮਾ 1/2 ਕਾਹਦੇ ਬਰਾਬਰ ਹੁੰਦਾ ਵਾ, √π। ਅਤੇ ਆਪਾਂ ਸ਼ੋਅ ਕਰਤਾ ਕਿ ਆਹ ਵਾਲਾ ਜਿਹੜਾ ਕੁਐਸਚਨ ਹੈਗਾ ਸੀ ਉਹਦੀ ਵੈਲਿਊ ਹੈਗੀ ਆ √π/4 √log 3। ਕਲੀਅਰ ਬੇਟਾ ਇੱਥੋਂ ਤੱਕ? ਨੈਕਸਟ ਬੇਟਾ ਤੁਹਾਡਾ ਡਾਊਟ ਹੈਗਾ ਕੁਐਸਚਨ ਨੰਬਰ 13। ਕੁਐਸਚਨ ਨੰਬਰ 13 ਦੇ ਵਿੱਚ ਆਪਾਂ ਵੈਲਿਊ ਫਾਈਂਡ ਕਰਨੀ ਆ ਇੰਟੀਗਰਲ 0 to ਇਨਫਿਨਿਟੀ x/1 + x⁻6 dx। ਸਟਾਰਟ ਕਰਨ ਲੱਗੇ ਆਪਾਂ ਪੁੱਟ ਕੀਤਾ x³ ਦੀ ਜਗ੍ਹਾ 'ਤੇ tan θ, ਕਿਉਂਕਿ ਇੱਥੇ x⁻6 ਹੈ ਨਾ, ਅਤੇ ਆਪਾਂ ਨੂੰ ਪਤਾ ਕਿ x ਦੀ ਪਾਵਰ ਜਿਹੜੀ 6 ਹੈਗੀ ਆ ਉਹਨੂੰ ਕਿੱਦਾਂ ਲਿਖ ਸਕਦੇ ਆਪਾਂ, x⁻3 ਹੋਲ ਦੀ ਪਾਵਰ 2। ਇਸ ਕਰਕੇ ਆਪਾਂ x³ ਨੂੰ ਪੁੱਟ ਕੀਤਾ ਵਾ tan θ। ਕਲੀਅਰ? ਇੱਥੋਂ ਆਪਾਂ x ਦੀ ਵੈਲਿਊ ਫਾਈਂਡ ਕਰ ਲਈ ਅਤੇ dx ਦੀ ਵੈਲਿਊ ਫਾਈਂਡ ਕਰ ਲਈ। ਜਦੋਂ ਆਪਾਂ ਪੁੱਟ ਕੀਤਾ x³ ਦੀ ਜਗ੍ਹਾ 'ਤੇ tan θ, ਲਿਮਿਟਸ ਵੀ ਚੇਂਜ ਹੋ ਗਈਆਂ। ਜਦੋਂ x 0 ਆ θ 0 ਆ, ਜਦੋਂ x ਇਨਫਿਨਿਟੀ ਆ θ ਬਣਦਾ ਵਾ π/2। ਇਹ ਸਾਰੀਆਂ ਸਬਸਟੀਟਿਊਸ਼ਨਸ ਆਪਾਂ ਆਪਣੀ ਆਈ ਦੇ ਵਿੱਚ ਪੁੱਟ ਕਰਤੀਆਂ, ਇਹਦੇ ਵਿੱਚ ਪੁੱਟ ਕਰਤੀਆਂ। ਸਿੰਪਲੀਫਾਈ ਕਰਨ ਤੋਂ ਬਾਅਦ 'ਚ ਆਪਣੇ ਕੋਲ ਸਿਰਫ ਰਹਿ ਗਿਆ 1/3 0 to π/2
tan थीटा की पावर -1/3 tan थीटा ਆਪਾਂ ਨੂੰ पता ਹੁੰਦਾ साइन ओवर cos सिंपलीफाई किया आ चीज़ आ गई। ਹੁਣ ਜੇ ਤਾਂ ਬੇਟਾ ਤੁਹਾਨੂੰ याद ਹੋਵੇ ਆਪਾਂ गामा फंक्शन ਜਦੋਂ स्टार्ट किया ਸੀ ਉਦੋਂ ਆਪਾਂ एक रिजल्ट किया ਸੀ। रिजल्ट की हैगा सी? रिजल्ट हैगा सी कि 0 तो π/2 मैं एक मिनट रिजल्ट ਤੁਹਾਨੂੰ लिख के दिखाना इत्थे। हाँ जी बेटा ਜਿਹੜਾ ਆਪਾਂ रिजल्ट किया ਸੀ ਉਹ हैगा सी कि 0 to π/2 साइन दी पावर px cos दी पावर qx dx ਇਹ ਕਾਹਦੇ ਇਕੁਅਲ ਹੈਗਾ ਸੀ? ਇਹ ਹੈਗਾ ਸੀ 1/2 गामा p + 1/2 गामा q + 1/2 ओवर गामा p + 1 + q + 1 ओवर 2। ये रिजल्ट आप हुण यूज़ करना वा फरदर। क्लीयर इत्थों तक? रिजल्ट आप यूज़ कर लगे हुण उस क्वेश्चन तो रिजल्ट आप इत्थे यूज़ करांगे इस पार्ट दे विच। जो आप रिजल्ट यूज़ करांगे अपने को आ चीज़ है आ वाला 1/2 फॉर्मूले तो आया बाहर अपने को बन गया 1/6 सिंपलीफाई करके अपने को रिजल्ट आ गया इत्थों तक। ओके हुण इस क्वेश्चन को अगे सॉल्व करने वास्ते तुसीं आ रिजल्ट यूज़ करना। ये रिजल्ट तुहाडी एक्सरसाइज दे विच ही किते हैगा वा। ठीक है इस रिजल्ट नूं तुसीं याद रखना है यूज़ होगा इत्थे। हुण इस रिजल्ट दे विच जे मैं m की जगह पर लिखदा 1/3 इस रिजल्ट दे विच जे मैं m की जगह पर लिखदा 1/3 1 - 1/3 कितना हो गया 2/3 1 - 1/3 कितना हो गया 2/3 तो ये रिजल्ट बन गया गामा 1/3 तो गामा 2/3 जो आपको चाहिए वा। तो ये इंटर्न बेटा काहदे बराबर हुंदा वा? ये सिंपलीफाई करके अपने को ਇਹਦੇ बराबर आ गया। ये कादी वैल्यू आ? ये वैल्यू हैगी आ गामा 1/2 इंटू गामा 2/3 की। ये वैल्यू आप इत्थे पुट कर दी। ओके वैल्यू इत्थे पुट करके आप सिंपलीफाई की तो अपने को लास्ट लाइन आ गई कि आई की जी वैल्यू हैगी है वो हैगी है π/3√3। क्लीयर बेटा इत्थों तक? नैक्सट बेटा तुहाडा वाला डाउट हैगा सी कि आप सॉल्व करना वा इंटीग्रल 0 to 1 ओवर 1 - x² x की पावर 4 dx। हुण इस क्वेश्चन को सॉल्व करने वास्ते आप x² की जगह पर पुट करांगे साइन थीटा। आप x² की जगह पर पुट किया साइन थीटा। इतों आप dx फाइंड कर लिया कि dx कितना वा। लिमिट्स भी चेंज हो गया। इनिशली लिमिट्स है 0 to 1 हुण लिमिट्स बन गई 0 to π/2। वो सारी सबस्टिट्यूशन आप ये करती आई दे विच सारी सबस्टिट्यूशन आप ये करती। ठीक है सबस्टिट्यूशन करन तो बाद आ वाला इंटीग्रल ये कन्वर्ट हो गया। इनू ध्यान नाल समझो चंगा। फरदर देखो इनू होर सिंपलीफाई किया। इनू बेटा सिंपलीफाई करके अपने को आ इंटीग्रल आ गया। ये तो फिर वो रिजल्ट यूज़ किया जो मैं हुणे तुहानूं दस के हटिया वां। ठीक है सारा कुछ सॉल्व करा के तो यदी वैल्यू पुट करके कि गामा 1/2 की वैल्यू होंदी √π अपने को फाइनल इत्थों तक आ गया रिजल्ट। ओके यो अपना आंसर हैगा वा। ठीक है हुण इहदे विच जिहड़ा आपां मेन रिजल्ट यूज़ किया वो हैगा सी एक तो आप सबस्टिट्यूशन की तो दूजा आप वाला रिजल्ट यूज़ किया जो मैं तुहानूं दस्सिया कि 0 to π/2 साइन की पावर p तो कॉस की पावर q कादे बराबर है। ओके नैक्सट डाउट तुहाडा बेटा है क्वेश्चन नंबर 18। क्वेश्चन नंबर 18 के आप इस इंटीग्रल नूं सॉल्व करके ये बराबर शो करना वा। इनू सॉल्व करने वास्ते आ वाली सबस्टिट्यूशन आपां नूं करनी पैनी है। x ओवर a + x इज़ इक्वल्स टू t ओवर a + 1। इनू सिंपलीफाई करके आप x की वैल्यू फाइंड कर ली कि x कितना वा। फरदर इनू डिफरेंशिएट किया तो आप dx फाइंड कर लिया।
ਪੁੱਟ ਕਰ ਰਹੇ ਹਾਂ, ਇਸ ਕਰਕੇ ਲਿਮਿਟਸ ਵੀ ਚੇਂਜ ਹੋਣਗੀਆਂ। ਠੀਕ, ਇਹ ਸਾਰੇ ਚੇਂਜਸ ਕਰਕੇ ਆਪਾਂ ਇਹਦੇ ਵਿੱਚ ਪੁੱਟ ਕਰਤੇ ਆਈ ਦੇ ਵਿੱਚ। ਠੀਕ, ਇਹਨੂੰ ਸਿੰਪਲੀਫਾਈ ਕਰਕੇ ਆ ਸੈਕੰਡ ਲਾਸਟ ਲਾਈਨ ਤੱਕ ਆਪਾਂ ਪਹੁੰਚ ਗਏ। ਇਹ ਕੌਂਸਟੈਂਟ ਹੈਗਾ, ਇਸ ਕਰਕੇ ਬਾਹਰ ਆ ਗਿਆ। ਹੁਣ ਜੇ ਤਾਂ ਤੁਹਾਨੂੰ ਯਾਦ ਹੋਵੇ ਤਾਂ ਆ ਜੋ ਵੀ ਇੰਟੀਗਰਲ ਦੇ ਵਿੱਚ ਬਣਿਆ ਵਾ ਇਹ ਹੈਗਾ ਵਾ ਬੀਟਾ ਫੰਕਸ਼ਨ, ਅਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਬੀਟਾ MN। ਇਹ ਹੈਗਾ ਵਾ ਬੀਟਾ ਫੰਕਸ਼ਨ, ਅਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਬੀਟਾ MN। ਓਕੇ, ਅਤੇ ਬੀਟਾ MN ਅਤੇ ਗਾਮਾ MN ਇਹਨਾਂ ਦੇ ਵਿੱਚ ਆਪਾਂ ਰਿਲੇਸ਼ਨ ਪੜ੍ਹਿਆ ਸੀ। ਆਪਾਂ ਬੀਟਾ ਫੰਕਸ਼ਨ ਨੂੰ ਕਨਵਰਟ ਕਰਦੇ ਇਨ ਟਰਮਸ ਆਫ ਗਾਮਾ। ਓਕੇ, ਕਲੀਅਰ ਬੇਟਾ ਇੱਥੋਂ ਤੱਕ? ਨੈਕਸਟ ਬੇਟਾ ਤੁਹਾਡਾ ਡਾਊਟ ਹੈਗਾ ਜੀ ਕੁਐਸਚਨ ਨੰਬਰ 22। ਕੁਐਸਚਨ ਨੰਬਰ 22 ਦੇ ਵਿੱਚ ਆਪਾਂ ਸ਼ੋਅ ਕਰਨਾ ਵਾ ਆਹ ਵਾਲਾ ਰਿਜ਼ਲਟ। ਇਹ ਵਾਲਾ ਰਿਜ਼ਲਟ ਸੋਲਵ ਕਰਨਾ ਬਹੁਤ ਹੀ ਸਿੰਪਲ ਹੈਗਾ ਵਾ। ਬਸ ਆ ਜਿਹੜੀ ਡਿਡਕਸ਼ਨ ਕਰਨੀ ਹੈ ਇੱਥੇ ਥੋੜ੍ਹਾ ਜਿਹਾ ਦਿਮਾਗ ਲਗਾਉਣਾ ਪੈਣਾ ਵਾ। ਇਹਨੂੰ ਸੋਲਵ ਕਰਨਾ ਬਹੁਤ ਸੌਖਾ ਵਾ। ਇਹਨੂੰ ਸੋਲਵ ਕਰਨ ਵਾਸਤੇ ਆਪਾਂ AX ਦੀ ਜਗ੍ਹਾ 'ਤੇ ਪੁੱਟ ਕੀਤਾ Z ਨੂੰ। ਜਿੱਥੇ ਵੀ AX ਹੈਗਾ ਉੱਥੇ Z ਪੁੱਟ ਕੀਤਾ। ਆਪਾਂ DZ ਫਾਈਂਡ ਕਰ ਲਿਆ, ਲਿਮਿਟਸ ਫਾਈਂਡ ਕਰ ਲਈਆਂ, ਸਾਰੀ ਸਬਸਟੀਟਿਊਸ਼ਨ ਕਰਤੀ ਇਹਦੇ ਵਿੱਚ। ਸਬਸਟੀਟਿਊਸ਼ਨ ਕਰਕੇ ਜਿਹੜਾ ਆਪਣੇ ਕੋਲ ਹੋਣਾ ਇੰਟੀਗਰਲ ਬਣਿਆ ਵਾ, ਜੇ ਤਾਂ ਤੁਸੀਂ ਇਹਦੇ ਵੱਲ ਧਿਆਨ ਨਾਲ ਵੇਖੋ ਤਾਂ ਇਹ ਹੈਗਾ ਵਾ ਗਾਮਾ ਫੰਕਸ਼ਨ, ਅਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਹੈਗਾ ਵਾ ਗਾਮਾ N। ਆਹ ਹੈਗਾ ਵਾ ਗਾਮਾ N। ਓਕੇ, A⁻n ਪਹਿਲਾਂ ਹੀ ਕੌਂਸਟੈਂਟ ਹੈਗਾ ਸੀ। ਠੀਕ ਆ, ਉਹ ਬਾਹਰ ਪਹਿਲਾਂ ਹੀ ਹੈਗਾ ਵਾ। ਹੁਣ ਜਿਹੜੀ ਆਪਾਂ ਫਰਦਰ ਡਿਡਕਸ਼ਨ ਕਰਨੀ ਆ ਇਹ ਥੋੜ੍ਹੀ ਇੰਪੋਰਟੈਂਟ ਆ। ਇਹ ਕਿਵੇਂ ਆਇਆ? ਆਹ ਰਿਜ਼ਲਟ ਤਾਂ ਆਪਾਂ ਬਹੁਤ ਆਸਾਨੀ ਨਾਲ ਲੱਭ ਲਿਆ। ਹੁਣ ਆ ਜਿਹੜੀ ਫਰਦਰ ਡਿਡਕਸ਼ਨ ਆਪਾਂ ਕੀਤੀ ਹੈ ਕਿੱਦਾਂ ਸਿੰਪਲੀਫਾਈ ਕਰਾਂਗੇ ਆਪਾਂ ਇਹਨੂੰ। ਇਹ ਰਿਜ਼ਲਟ ਲਿਆਉਣ ਵਾਸਤੇ ਆਪਾਂ ਕੀ ਕਰਨਾ ਵਾ, ਜਿੱਥੇ A ਹੈਗਾ ਵਾ A ਦੀ ਜਗ੍ਹਾ 'ਤੇ ਪੁੱਟ ਕਰਾਂਗੇ A + A⁻B। ਜਿਹੜਾ ਇਹ ਰਿਜ਼ਲਟ ਆਪਾਂ ਓਬਟੇਨ ਕੀਤਾ ਉਹਦੇ ਵਿੱਚ ਆਹ ਚੀਜ਼ ਆ ਗਈ। e⁻−A + A⁻BX ਦੀ ਜਗ੍ਹਾ 'ਤੇ ਆਪਾਂ ਪੁੱਟ ਕਰਤਾ। A ਦੀ ਜਗ੍ਹਾ 'ਤੇ r cos θ, B ਦੀ ਜਗ੍ਹਾ 'ਤੇ r sin θ। ਸਿੰਪਲੀਫਾਈ ਕਰ ਲਿਆ ਸਾਰਾ ਕੁਛ। ਓਕੇ, ਹੁਣ ਫਸਟ ਈਅਰ ਦੇ ਵਿੱਚ ਆਪਾਂ ਡੀ ਮੂਵੀਅਰ ਥਿਅਰਮ ਪੜ੍ਹੀ ਆ, ਅਤੇ ਡੀ ਮੂਵੀਅਰ ਥਿਅਰਮ ਦਾ ਰਿਜ਼ਲਟ ਹੈਗਾ ਸੀ ਕਿ e⁻θ ਕਾਹਦੇ ਬਰਾਬਰ ਹੁੰਦਾ ਵਾ? cos θx + A sin θx। ਉਹ ਰਿਜ਼ਲਟ ਇੱਥੇ ਯੂਜ਼ ਕਰਨ ਡਏ ਆਪਾਂ। ਇੱਥੇ ਆਪਣੇ ਕੋਲ ਹੈਗਾ ਵਾ e⁻−A⁻θ। ਆਪਣੇ ਕੋਲ ਆਹ ਚੀਜ਼ ਹੈਗੀ, ਆਹ ਚੀਜ਼। ਆਪਾਂ ਕੀ ਕੀਤਾ, ਜਿਹੜਾ e⁻−A⁻βx ਹੈਗਾ ਵਾ ਉਹਦੀ ਜਗ੍ਹਾ 'ਤੇ ਡੀ ਮੂਵੀਅਰ ਥਿਅਰਮ ਤੋਂ ਆਹ ਵਾਲਾ ਰਿਜ਼ਲਟ ਲਾਤਾ। ਕਲੀਅਰ ਇੱਥੋਂ ਤੱਕ? ਰਾਈਟ ਹੈਂਡ ਸਾਈਡ ਨੂੰ ਆਪਾਂ ਵੱਖਰਾ ਸਿੰਪਲੀਫਾਈ ਕਰ ਲਿਆ। ਧਿਆਨ ਨਾਲ ਦੇਖੋ ਤੁਸੀਂ ਸਾਰੇ। ਰਾਈਟ ਹੈਂਡ ਸਾਈਡ ਆਪਣੇ ਕੋਲ ਹੈ ਕੀ ਹੀ? ਰਾਈਟ ਹੈਂਡ ਸਾਈਡ ਆਪਣੇ ਕੋਲ ਆਹ ਹੀ। ਇਹਦੇ ਵਿੱਚ ਇਹਦੀ ਜਗ੍ਹਾ 'ਤੇ ਆਪਾਂ ਪੁੱਟ ਕਰਤਾ A + A⁻B। ਓਕੇ, ਸਿੰਪਲੀਫਾਈ ਕਰ